ਅੱਜ मैं तुहाडे नाल विचार साझे करने ने जिहड़ा कल सुखबीर सिंह बादल भुलੱਥ विखे उन्होंने एक रैली जी करते फिरते हैं सारे पंजाब च जवाब मंगता है पंजाब। पहला तो इन्हों जवाब देना चाहिए जिहड़ा इन्होंने 10 साल पहला लगातार लुट खसुट की और उस तो पहला जी 5 साल ये पिता ने रज के पंजाब नूं दोनों हत्थां नाल लुट्टिया ने बलात्कार किया। वो मैं तुहाडे नाल चर्चा बाद करदा पर जिहड़ा इसने मेरे मुतलक अपशब्द बोले अपमानजनक शब्दावली जिहड़ी बोली आ ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹਣਾ। ਮੈਨੂੰ ਇਹ ਇੱਥੇ ਸਟੇਜ ਤੋਂ ਪਬਲਿਕ ਦੀ ਹਾਜ਼ਰੀ 'ਚ ਕਹਿ ਕੇ ਗਿਆ ਕਿ ਇੱਥੇ ਇੱਕ ਚੋਰ ਫਿਰਦਾ ਖੇਰਾ। ਦੋਸਤੋ ਮੈਂ ਪਹਿਲੀ ਗੱਲ ਤਾਂ ਇਹ ਸੁਖਬੀਰ ਨੂੰ ਕਹਿਣਾ ਚਾਹੁੰਦਾ ਵਾਂ ਕਿ ਜਦੋਂ ਬੰਦਾ ਆਪ ਚੋਰ ਹੁੰਦਾ ਨਾ ਝੂਠਾ ਬੇਈਮਾਨ ਉਦੋਂ ਨੂੰ ਬਾਕੀ ਸਾਰੀ ਦੁਨੀਆ ਵੀ ਚੋਰ ਨਜ਼ਰ ਆਉਂਦੀ ਆ। ਜੇ ਮੈਂ ਪਹਿਲਾਂ ਸੁਖਬੀਰ ਨੂੰ ਪੁੱਛਾਂ ਕਿ ਤੁਸੀਂ ਕਿਸੇ ਤੇ ਉਂਗਲ ਚੱਕਣ ਤੋਂ ਪਹਿਲਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਪਿਛਲੇ कई दहाकियां तो आ जिहड़े तुसीं 7 सितारे होटल बनाए ने वड्डे वड्डे सैकड़े करोड़ां रुपए दे आ जिहड़ियां बसां दीयां वड्डियां वड्डियां सैकड़े बसां दी कंपनियां बनाईयां ने तुहाडे सारे सूबिਆਂ ਵਿੱਚ फार्म हाउस ने किते हरियाणे च राजस्थान ते पंजाब च तुहाडी देशां विदेशां ਵਿੱਚ प्रॉपर्टी आ तुहाडा ਜਿਹੜਾ 9 ਸੈਕਟਰ ਚੰਡੀਗੜ੍ਹ है उत्थे फार्म हाउस आ नॉर्मल लोकां दी कोठियां ਹੁੰਦੀਆਂ ने तुहाडा 1.5 ਕਿੱਲੇ ਦਾ फार्म हाउस आ। सारी दुनिया तुहाडे करप्ट मैथोडोलॉजी ਨੂੰ ਜਾਣਦੀ ਆ। ਇੱਥੇ ਬਸ ਨਹੀਂ ਕਰਪਸ਼ਨ ਕਰਨਾ ਇੱਕ ਅਲੱਗ ਗੱਲ ਹੈ ਪਰ ਜੋ ਤੁਸੀਂ ਆਪਣੇ ਧਰਮ ਦੇ ਨਾਲ ਤੁਸੀਂ ਬੇਈਮਾਨੀ ਕੀਤੀ ਆ ਅਖੌਤੀ ਅਕਾਲੀ ਦਲ ਦਾ ਪ੍ਰਧਾਨ ਬਣ ਕੇ ਜੋ ਤੁਸੀਂ ਖਿਲਵਾੜ ਕੀਤਾ ਨਾ ਅਕਾਲ ਤਖਤ ਸਾਹਿਬ ਦੇ ਨਾਲ ਐਸਜੀਪੀਸੀ ਦੇ ਨਾਲ ਉਹ ਤੁਹਾਨੂੰ ਸਾਰੀ ਜ਼ਿੰਦਗੀ ਕਦੀ ਉਸ ਵਾਹਿਗੁਰੂ ਤੋਂ ਮਾਫੀ ਨਹੀਂ ਮਿਲਣੀ। ਤੁਹਾਡੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਤੁਹਾਨੂੰ ਸਭ ਪਤਾ ਸੀਗਾ ਕਿ ਬੇਅਦਬੀਆਂ ਕਰਨ ਵਾਲੇ ਕੌਣ ਨੇ ਕਿਹੜੇ ਡੇਰੇ ਵਾਲਿਆਂ ਨੇ ਪਲਾਨ ਕੀਤਾ ਕਿਸ ਤਰ੍ਹਾਂ ਉਹਨਾਂ ਨੇ ਉਸ ਨੂੰ ਅੰਜਾਮ ਦਿੱਤਾ ਤੈਨੂੰ ਸਭ ਪਤਾ ਸੀਗਾ पर तुसीं जान-बुझ के वोटां की खातर अखां मीट के रखियां। इत्थे बस नहीं तुहाडे जिहड़ा पुलिस का DGP जिहड़ा तुसीं लाया सी इनकाउंटर स्पैशलिस्ट सुमेध सिंह सैनी वो तां कहंदे असीं पंथक सरकार है जिस बंदे ने सिखां नूं झूठे पुलिस मुकाबलिਆਂ ਵਿੱਚ मारिया सीगा तुहानूं शर्म नहीं आई तुसीं उस नूं DGP लाया पंजाब दा सुमेध सैनी नूं अज ਉਹਦੇ ਤੇ कतल का मुकदमा चल रहा वा और उस आदमी के जरिए तुसीं बाइबल कलां दे विच 2 बेकसूर सिख नौजवानों नूं ਉੱਥੇ ਉਹਨਾਂ ਨੂੰ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਕਰਵਾਈ ਆ। ਤੁਸੀਂ ਹਥਿਆਰੇ ਹੋ। ਇੱਕ ਆਦਮੀ ਤੇ ਇਲਜ਼ਾਮ ਲਾਉਣਾ ਕਿ ਚੋਰ ਕਹਿਣਾ ਉਹ ਗੱਲ ਲੱਗ ਗਿਆ। ਇੱਕ ਹੈਗਾ ਕਿ ਤੁਹਾਡੇ ਆਪਣੇ ਹੱਥ ਸਾਰੇ ਖੂਨ ਨਾਲ ਰੰਗੇ ਹੋਏ ਨੇ ਮੇਰੇ ਵੀਰੋ ਇਹਨਾਂ ਦੇ ਇਹ ਸੁਖਬੀਰ ਬਾਦਲ ਵਗੈਰਾ ਦੇ। ਔਰ ਜਿਹੜਾ ਮੈਂ ਕਹਿਣਾ ਚਾਹੁੰਦਾ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਤੁਸੀਂ ਅਕਾਲ ਤਖਤ ਸਾਹਿਬ ਵਰਗੀ ਇੱਕ ਮਹਾਨ ਸੰਸਥਾ ਦਾ ਦੁਰਉਪਯੋਗ ਕਰਕੇ ਉਹਨੂੰ ਮਾਫੀਨਾਮਾ ਦਵਾਇਆ ਫਿਰ ਕਾਇਰਾਂ ਦੀ ਤਰ੍ਹਾਂ ਡਰ ਕੇ ਉਹ ਮਾਫੀਨਾਮਾ ਵਾਪਸ ਲਿਆ। ਸਾਰਾ ਪੰਜਾਬ ਸਾਰੀ ਦੁਨੀਆ 'ਚ ਬੈਠੇ ਸਿੱਖ ਤੁਹਾਡੇ ਕਿਰਦਾਰ ਨੂੰ ਬਹੁਤ ਅੱਛੀ ਤਰ੍ਹਾਂ ਜਾਣਦੇ ਨੇ। ਇਸ ਲਈ ਕਿਸੇ ਹੋਰ ਤੇ ਇਦਾਂ ਦੇ ਸ਼ਬਦ ਵਰਤਣ ਤੋਂ ਪਹਿਲਾਂ ਇੱਕ ਵਾਰੀ ਝਾਤ ਮਾਰ ਲਿਆ ਕਰੋ ਕਿ ਤੁਸੀਂ ਕਰ ਕੀ ਰਹੇ ਹੋ। ਔਰ ਫਿਰ ਇਹ ਕਹਿੰਦਾ ਕਿ ਖਹਿਰਾ ਕਿਉਂਕਿ ਬੋਲਦਾ ਬਹੁਤ ਸੀਗਾ ਇਸ ਲਈ ਇਹਦੇ ਤੇ ਈਡੀ ਨੇ ਰੇਡ ਕੀਤਾ। ਇਹ ਡਰੱਗਸ ਦੇ ਨਾਲ ਕਨੈਕਟਡ ਹੈ। ਜਦੋਂ ਈਡੀ ਇਹਦੇ ਸਾਲੇ ਨੂੰ ਫੜੇ ਵਿਕਰਮਜੀਤ ਨੂੰ ਉਹਦੇ ਤਹਿਕੀਕਾਤ ਕਰੇ ਉਦੋਂ ਈਡੀ ਬਹੁਤ ਮਾੜੀ ਆ ਕਿਉਂਕਿ ਈਡੀ ਦੇ ਉਸੇ ਹੀ ਜਗਦੀਸ਼ ਭੋਲੇ ਦੇ ਕੇਸ ਵਿੱਚ ਅੱਜ ਵੀ ਉਹ ਐਫੀਡੇਵਿਟ ਦਾ ਰਿਕਾਰਡ ਹੈ ਕਿ ਵਿਕਰਮ ਮਜੀਠੀਏ ਨੂੰ ਜਿਹੜੇ ਇੰਟਰਨੈਸ਼ਨਲ ਡਰੱਗ ਕਾਰਟਲ ਸੀਗੇ ਉਹਨਾਂ ਨੇ ਇਹਦੇ ਡਰਾਇੰਗ ਰੂਮ ਵਿੱਚ ਬੈਠ ਕੇ ਅੰਮ੍ਰਿਤਸਰ ਦੀ ਕੋਠੀ ਵਿੱਚ 35 ਲੱਖ ਰੁਪਏ ਇਲੈਕਸ਼ਨ ਫੰਡ ਦੇ ਦਿੱਤੇ। ਇਸ ਨੂੰ ਕਹਿੰਦੇ ਨੇ ਡਰੱਗ ਮਨੀ ਔਰ ਇਸ ਨੂੰ ਕਹਿੰਦੇ ਨੇ ਮਨੀ ਲਾਂਡਰਿੰਗ। ਔਰ ਜੋ ਤੁਸੀਂ ਬਾਕੀ ਕੀਤਾ ਸਾਰਾ ਉਹ ਤੁਹਾਡੇ ਸਾਰੇ ਲੋਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰ। ਮੈਂ ਸਾਰੀ ਦੁਨੀਆ ਚੰਗੀ ਤਰ੍ਹਾਂ ਜਾਣਦੀ ਕਿ ਮੈਂ ਇੱਕ ਵਿਸਲ ਬਲੋਅਰ ਹਾਂ। ਮੈਂ ਕਦੀ ਕੋਈ ਸੱਤਾ ਤੁਹਾਡੇ ਵਾਂਗੂ ਮਾਣ ਕੇ ਉਹਦਾ ਦੁਰਉਪਯੋਗ ਨਹੀਂ ਕੀਤਾ। ਮੈਂ ਇੱਕ ਬੇਇਨਸਾਫੀ ਦੇ ਖਿਲਾਫ ਕਰਪਸ਼ਨ ਦੇ ਖਿਲਾਫ ਡਰੱਗਸ ਦੇ ਖਿਲਾਫ हर किस्म के माफिया के खिलाफ एक क्रूसेडर है। सब नूं पता कि बीजेपी ने मैनूं मिथ के टारगेट किया वा तुहानूं नहीं टारगेट किया तुहानूं किसी ईडी ने नहीं फड़िया तुसीं अरबां खरबां पति हो इस वेले और इल गॉटन वेल्थ है तुहाडे कोल तुहानूं किसी ईडी ने टारगेट नहीं किया। लेकिन सारे पंजाब चों सुखपाल सिंह खैरा नूं इसलिए किया क्योंकि मैं किसान अंदोलन विच डट के उन्हां दी हमायत की ते बीजेपी का डट के विरोध किया। नवरीत सिंह डिबडिबा याद है ना सुखबीर सिंह बादल तैनूं मुंडा मारिया गया सी यूपी का रुद्रपुर का ਤੁਸੀਂ ਇੱਕ ਸ਼ਬਦ ਕੱਢਿਆ ਆਪਣੇ ਮੂੰਹ ਦੇ ਵਿੱਚੋਂ ਮੈਂ ਉਸ ਦੀ ਲੜਾਈ ਲੜੀ। ਉਸ ਤੋਂ ਪਹਿਲਾਂ ਮੈਂ ਯੂਆਪਾ ਵਰਗੇ ਕਾਲੇ ਕਾਨੂੰਨ ਜਿਹੜੇ ਬੀਜੇਪੀ ਨੇ ਬਣਾਏ ਜਿਹੜੇ ਕਿਸੇ ਵੇਲੇ ਟਾਡਾ ਤੇ ਪੋਟਾ ਦੀ ਇੱਕ ਸਿਮਿਲਰ ਐਕਟ ਹੈ ਡਰਕੋਨੀਅਨ ਮੈਂ ਉਸ ਦਾ ਸਾਰੇ ਪੰਜਾਬ ਦੇ ਵਿੱਚ ਦਿੱਲੀ ਤੱਕ ਯੂਆਪਾ ਦਾ ਵਿਰੋਧ ਕੀਤਾ ਜਿਹਦੇ ਕਰਕੇ ਮੈਂ ਬੀਜੇਪੀ ਦੇ ਟਾਰਗੇਟ ਪਿਆ। ਉਹ ਮੈਨੂੰ ਕੋਈ ਫਰਕ ਨਹੀਂ ਪੈਂਦਾ ਅਗਰ ਕੋਈ ਈਡੀ ਮੇਰੇ ਤੇ ਹਮਲਾ ਕਰ ਰਹੀ ਹੈ ਕੇਸ ਬਣਾਉਂਦੀ ਹੈ। ਇਦਾਂ ਦੇ ਕਈ ਕੇਸ ਪਹਿਲਾਂ ਤੁਸੀਂ ਵੀ ਬਣਾਏ ਨੇ 6 ਮੁਕੱਦਮੇ ਬਾਦਲ ਦੀ ਸਰਕਾਰ ਤੁਸੀਂ मेरे खिलाफ जो फाजिलका का तुसीं कहंदे ना कि ड्रग्स नाल मैनूं कनैक्ट किया ये तुहाडी मेहरबानी हुई सी उदों तुसीं मैनूं उस फर्जी मुकदमे विच जोड़िया जिहदे च मैनूं सुप्रीम कोर्ट ऑफ इंडिया ने वो सारियां प्रोसीडिंग स्टे कीतियां होईयां ने।
ਔਰ ਈਡੀ ਨੂੰ ਵੀ ਪਤਾ ਵਾ ਕਿ ਜਿਹੜਾ ਕੇਸ ਉਹਨਾਂ ਨੇ ਚੱਕਿਆ ਵਾ ਫਾਜ਼ਿਲਕਾ ਦੇ ਐਨਡੀਪੀਐਸ ਦਾ, ਉਹ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਟੇਡ ਆ। ਇਸ ਕਰਕੇ ਮੈਂ ਤਾਂ ਜੋ ਕਰ ਰਿਹਾ ਵਾਂ ਇੱਕ ਮਨੁੱਖਤਾ ਦੀ, ਇੱਕ ਆਪਣੇ ਸੂਬੇ ਦੇ, ਆਪਣੇ ਲੋਕਾਂ ਦੀ ਲੜਾਈ ਲੜ ਰਿਹਾ ਹਾਂ। ਪਰ ਤੁਸੀਂ ਕੀ ਕਰ ਰਹੇ ਹੋ ਔਰ ਕਿਹਦੇ ਨਾਲ ਸਟੇਜ ਸਾਂਝੀ ਕੀਤੀ ਸੀ ਬੀਬੀ ਜਗੀਰ ਕੌਰ? ਇੱਕ ਸਜ਼ਾ ਯਾਫਤਾ ਔਰਤ। ਤੁਹਾਨੂੰ ਸਾਰੇ ਇੱਕ ਪੌਣੇ 200 ਐਸਜੀਪੀਸੀ ਮੈਂਬਰਸ 'ਚ ਕੋਈ ਬੰਦਾ ਨਹੀਂ ਲੱਭਿਆ ਤੁਹਾਨੂੰ। ਇਸ ਕਰਕੇ ਤੁਸੀਂ ਹੱਥ ਟੋਕਿਆਂ ਨੂੰ ਬਣਾਉਂਦੇ ਹੋ। ਤੁਸੀਂ ਉਹਨਾਂ ਨੂੰ ਐਸਜੀਪੀਸੀ ਦਾ, ਅਕਾਲ ਤਖਤ ਸਾਹਿਬ ਦਾ ਚਾਰਜ ਦਿੰਦੇ ਹੋ ਜਿਹੜੇ ਤੁਹਾਡੇ ਕਠਪੁਤਲੀਆਂ ਹੋਣ, ਜਿਹੜੇ ਤੁਹਾਡੇ ਤੇ ਇਸ਼ਾਰਿਆਂ ਕਰਨ। ਇੱਕ ਗੱਲ ਯਾਦ ਰੱਖਿਓ, ਦੇਰ ਹੈ ਅੰਧੇਰ ਨਹੀਂ। ਉਹਦੀ ਅਦਾਲਤ ਵਿੱਚ ਤੁਸੀਂ ਲੋਕਾਂ ਦੀ ਅਦਾਲਤ ਵਿੱਚ ਤਾਂ ਪੈਸੇ ਖਰਚ ਕੇ ਸ਼ਰਾਬਾਂ ਪਿਲਾ ਕੇ ਜਿੱਤ ਕੇ ਐਮਪੀ ਬਣ ਸਕਦੇ ਹੋ, ਐਮਐਲਏ ਵੀ ਬਣ ਸਕਦੇ ਹੋ, ਪਰ ਉਹਦੀ ਅਦਾਲਤ ਵਿੱਚ ਤੁਹਾਨੂੰ ਇੱਕ ਦਿਨ ਹਿਸਾਬ ਦੇਣਾ ਪਵੇਗਾ। ਇਸ ਲਈ ਮੈਨੂੰ ਚੋਰ ਕਹਿਣ ਤੋਂ ਪਹਿਲਾਂ ਇੱਕ ਵਾਰ ਆਪਣੇ ਗਿਰੇਬਾਨ ਦੇ ਵਿੱਚ ਅੰਦਰ ਝਾਤ ਮਾਰ ਕੇ ਚੰਗੀ ਤਰ੍ਹਾਂ ਨਾਲ, ਜਦੋਂ ਇਕੱਲਾ ਬੈਠਾ ਹੋਵੇਗਾ ਨਾ ਸੁਖਬੀਰ ਸਿੰਘ ਬਾਦਲ, ਇੱਕ ਵਾਰ ਝਾਤ ਮਾਰ ਕੇ ਦੇਖੀ ਕਿ ਮੈਂ ਕੀ ਕੁਝ ਕੀਤਾ। ਮੇਰੇ ਹੱਥ ਕਿੰਨੇ ਖੂਨ ਵਿੱਚ ਰੰਗੇ ਹੋਏ ਨੇ ਪੰਜਾਬ ਦੇ ਲੋਕਾਂ ਦੇ, ਕਿੰਨੇ ਪਰਚੇ ਦਰਜ ਕਰਾਏ, ਕਿੰਨੇ ਮਾਫੀਆ ਪੰਜਾਬ ਦੇ ਵਿੱਚ ਪੈਦਾ ਕੀਤੇ, ਕਿੰਨੇ ਡਰੱਗਸ ਦਾ ਵਪਾਰ ਪੰਜਾਬ ਦੇ ਵਿੱਚ ਤੁਸੀਂ ਜਾਣ ਬੁੱਝ ਕੇ ਉਸ ਨੂੰ ਪੰਜਾਬ ਦੇ ਵਿੱਚ ਆਪਣੇ ਹਉਮੈ ਨੂੰ ਪੱਠੇ ਪਾਉਣ ਵਾਸਤੇ ਤੁਸੀਂ ਜੋ ਪੰਜਾਬ ਦੇ ਨਾਲ ਖਿਲਵਾੜ ਕੀਤਾ, ਉਹ ਤੁਹਾਨੂੰ ਲੋਕ ਕਦੀ ਮਾਫ ਨਹੀਂ ਕਰਨਗੇ। ਠੀਕ ਹੈ, ਰੈਲੀਆਂ ਕਰੀ ਜਾਓ ਜਿੰਨੀਆਂ ਕਰ ਸਕਦੇ ਹੋ, ਮੰਗਦਾ ਪੰਜਾਬ ਜਵਾਬ। ਜੀ ਤੁਸੀਂ ਮੰਗਣ ਵਾਲੇ ਕੌਣ ਹੋ? ਮੈਂ ਕਿਸੇ ਦੀ ਹਿਫਾਜ਼ਤ ਨਹੀਂ ਕਰਦਾ। ਪਹਿਲਾਂ ਤੁਸੀਂ ਦੱਸੋ ਕਿ ਜਿਹੜਾ 10 ਸਾਲ ਤੁਸੀਂ ਲੁੱਟ ਖਸੁੱਟ ਕੀਤੀ ਔਰ ਲੋਕਾਂ ਦੇ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਉਹਨਾਂ ਤੇ ਝੂਠੇ ਮੁਕੱਦਮੇ ਹਜ਼ਾਰਾਂ ਦੀ ਤਾਦਾਦ ਵਿੱਚ, ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਬੈਠਾ, 6 ਤਾਂ ਮੇਰੇ ਤੇ ਹੋਏ ਸੀਗੇ। ਤੁਸੀਂ ਝੂਠੇ ਪਰਚੇ ਦਰਜ ਕਰਾਏ, ਤੁਸੀਂ ਡਰੱਗ ਮਾਫੀਆ ਦੀ ਸਪੋਰਟ ਕੀਤੀ, ਤੁਸੀਂ ਬੇਗੁਨਾਹ ਬੰਦਿਆਂ ਤੇ, ਮੈਨੂੰ ਕੁਦਰਤੀ ਯਾਦ ਆ ਗਿਆ ਯੂਆਪਾ, ਸੁਖਬੀਰ ਸਿੰਘ ਬਾਦਲ ਇਹਦਾ ਜਵਾਬ ਦੇਈ ਜਰਾ ਚੰਗੀ ਤਰ੍ਹਾਂ ਸੋਚ ਕੇ। ਯੂਆਪਾ ਕਾਨੂੰਨ 2011 ਦੇ ਵਿੱਚ ਨਵਾਂ ਸ਼ਹਿਰ ਦੀ ਅਦਾਲਤ ਵਿੱਚ 3 ਨੌਜਵਾਨ, ਅਰਵਿੰਦਰ ਸਿੰਘ ਤੇ ਉਹਦੇ 2 ਸਾਥੀ, ਸਿਰਫ ਲਿਟਰੇਚਰ ਦੇ ਆਧਾਰ ਦੇ ਉੱਤੇ ਤੁਹਾਡੀ ਪੁਲਿਸ ਨੇ, ਸੁਖਬੀਰ ਸਿੰਘ ਬਾਦਲ ਉਹਨਾਂ ਤੇ ਪਰਚਾ ਦਰਜ ਕਰਕੇ ਉਹਨਾਂ ਬੇਗੁਨਾਹ ਬੱਚਿਆਂ ਨੂੰ ਫੜ ਕੇ ਅੰਦਰ ਦਿੱਤਾ, ਉਹਨਾਂ ਨੂੰ ਉਮਰ ਕੈਦ ਸਜ਼ਾ ਸੁਣਾਈ ਆ ਸੈਸ਼ਨ ਜੱਜ ਨਵਾਂ ਸ਼ਹਿਰ ਨੇ। ਉਹਨਾਂ ਦੀ ਅਪੀਲ ਹਾਈ ਕੋਰਟ ਵਿੱਚ ਪੈਂਡਿੰਗ ਆ। ਕਿਸੇ ਬੇਗੁਨਾਹ ਨੂੰ ਸਿਰਫ ਲਿਟਰੇਚਰ, ਕਿਤਾਬਾਂ, ਔਰ ਕਿਤਾਬਾਂ ਵੀ ਕਹਿੰਦੀਆਂ ਸੀ ਭਾਈ ਰਣਧੀਰ ਸਿੰਘ ਜਿਹੜੇ ਫਰੀडम ਫਾਈਟਰ ਸੀਗੇ, ਜਿਹੜੀਆਂ ਉਹਨਾਂ ਨੇ ਉਸ ਵੇਲੇ ਜੇਲ੍ਹ ਚੋਂ ਚਿੱਠੀਆਂ ਲਿਖੀਆਂ, ਉਹ ਤੁਹਾਡੀ ਕਮਲੀ ਪੁਲਿਸ ਨੇ ਉਹਨਾਂ ਨੂੰ ਆਧਾਰ ਬਣਾ ਕੇ ਉਹਨਾਂ ਤੇ ਯੂਏਪੀਏ ਦਾ ਐਕਟ ਲਾ ਕੇ ਉਹਨਾਂ ਨੂੰ ਬੇਗੁਨਾਹ ਬੱਚਿਆਂ ਨੂੰ ਅੰਦਰ ਤੱਕ ਦਿੱਤਾ। ਅੱਜ ਉਹ ਉਮਰ ਕੈਦ ਕੱਟ ਰਹੇ ਨੇ ਸੁਖਬੀਰ ਬਾਦਲ ਤੇਰੀ ਬਦੌਲਤ। ਔਰ ਯਾਦ ਰੱਖਣਾ, ਜਦੋਂ ਇੱਕ ਵੀ ਬੇਗੁਨਾਹ ਬੰਦਾ, ਇੱਕ ਵੀ, ਉਹਨੂੰ ਉਹਦੇ ਤੇ ਇਸ ਤਰ੍ਹਾਂ ਦਾ ਤੁਸੀਂ ਅਤਿਆਚਾਰ ਕਰਦੇ ਹੋ, ਉਹਦੇ ਤੇ ਝੂਠੇ ਪਰਚੇ ਦਰਜ ਕਰਾ ਕੇ ਉਹਨਾਂ ਦੀ ਜ਼ਿੰਦਗੀ ਤਬਾਹ ਕਰਦੇ, ਉਹਨਾਂ ਦੀ ਹਾਂ ਜਿਹੜੀ ਆ ਨਾ, ਉਹ ਤੈਨੂੰ ਲੱਗਣੀ ਹੀ ਲੱਗਣੀ ਆ। ਇਸੇ ਕਰਕੇ ਸਾਰਾ ਪੰਜਾਬ ਤੁਹਾਡੇ ਤੇ ਥੁੱਕਦਾ ਵਾ, ਤੁਹਾਨੂੰ ਥੂ ਥੂ ਕਰਦਾ ਵਾ। ਔਰ ਯਾਦ ਰੱਖਣਾ ਕਿ 2022 ਚ ਰੈਲੀਆਂ ਜਿੰਨੀਆਂ ਮਰਜ਼ੀ ਕਰ ਲਓ, ਫਰਜ਼ੀ ਤੁਸੀਂ ਬੰਦੇ ਬੱਸਾਂ 'ਚ ਢੋ ਸਕਦੇ ਹੋ। ਕੱਲ ਭੁਲੱਥ ਵਿੱਚ ਸਾਰਾ ਅੱਧਾ ਇਕੱਠ ਐਸਜੀਪੀਸੀ ਦੇ ਮੁਲਾਜ਼ਮਾਂ ਦਾ ਸੀ। ਮੈਂ ਘੱਟੋ ਘੱਟ ਨੇ ਤਾਂ 20 ਬੱਸਾਂ ਐਸਜੀਪੀਸੀ ਦੀਆਂ ਸਪਾਂਸਰਡ ਇਸ ਇਕੱਠ ਵਿੱਚ ਆਉਂਦੇ ਦੇਖੀਆਂ। ਇਹ ਸਾਰੇ ਫਰਜ਼ੀ ਇਕੱਠ ਨੇ। ਤੁਹਾਡੇ ਲੀਡਰ ਤੈਨੂੰ ਵੀ ਚਕਮਾ ਦੇ ਰਹੇ ਨੇ, ਤੈਨੂੰ ਮੂਰਖ ਬਣਾ ਰਹੇ ਨੇ। ਤੁਹਾਨੂੰ ਪਤਾ ਲੱਗ ਜਾਏਗਾ ਕਿ 2022 ਦੇ ਵਿੱਚ ਲੋਕਾਂ ਦਾ ਫਤਵਾ ਕਿੱਧਰ ਜਾਂਦਾ। ਹੋਰ ਮੈਨੂੰ ਪਤਾ ਨਹੀਂਗਾ, ਲੇਕਿਨ ਤੁਹਾਨੂੰ ਲੋਕਾਂ ਨੇ ਕਦੀ ਜ਼ਿੰਦਗੀ ਵਿੱਚ ਮਾਫ ਨਹੀਂ ਕਰਨਾ। ਇਸ ਲਈ ਖਬਰਦਾਰ, ਜੇ ਅਗਲੀ ਵਾਰ ਤੁਸੀਂ ਇਸ ਤਰ੍ਹਾਂ ਦੀ ਕੋਈ ਭੈੜੀ ਸ਼ਬਦਾਵਲੀ ਮੇਰੇ ਲਈ ਵਰਤੀ, ਮੈਂ ਇੱਕ ਵਾਰ ਨਹੀਂ ਤੁਹਾਡਾ 10 ਵਾਰ ਠੋਕਵਾਂ ਜਵਾਬ, ਔਰ ਤੱਥਾਂ ਦੇ ਆਧਾਰ ਤੇ ਠੋਕਵਾਂ ਜਵਾਬ ਦੇ ਸਕਦਾ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਜਿਹੜੇ ਇਹ ਫਰਜ਼ੀ ਬਾਦਲ, ਜਿਹੜੇ ਅਖੌਤੀ ਪੰਥਕ ਨੇ, ਪੰਥਕ ਨਹੀਂਗੇ, ਇਹ ਸਾਡੇ ਕੌਮ ਦੇ ਦੋਸ਼ੀ ਨੇ, ਇਹ ਐਂਟੀ ਪੰਜਾਬ ਨੇ, ਇਹ ਐਂਟੀ ਫਾਰਮਰ ਨੇ। ਕੱਲ ਤੱਕ ਮੋਦੀ ਸਰਕਾਰ ਦੇ ਤਲਵੇ ਚੱਟਦੇ ਸੀਗੇ, ਅੱਜ ਵੀ ਇਹਨਾਂ ਨੂੰ ਮੋਦੀ ਕੁਛ ਨਹੀਂ ਕਹਿੰਦਾ। ਔਰ ਮੇਰੀ ਗੱਲ ਯਾਦ ਰੱਖਣਾ ਕਿ ਸ਼ਾਇਦ 2022 ਵਿੱਚ ਇਹ ਅਕਾਲੀ ਦਲ ਤੇ ਜਿਹੜਾ ਅਖੌਤੀ ਬਾਦਲ ਅਕਾਲੀ ਦਲ ਆ ਤੇ ਇਹ ਬੀਜੇਪੀ ਇਕੱਠੇ ਇਲੈਕਸ਼ਨ ਲੜਨਗੇ, ਚਾਹੇ ਇਹ ਸਿੱਧੀ ਲੜ ਲੈਣ ਤੇ ਚਾਹੇ ਅਸਿੱਧੇ ਤੌਰ ਤੇ ਇਲੈਕਸ਼ਨ ਇਕੱਠੇ ਹੋ ਕੇ ਲੜਨਗੇ। ਤਾਂ ਹੀ ਉਹ ਇੱਕ ਦੂਜੇ ਦੇ ਖਿਲਾਫ ਨਰਮ ਭਾਸ਼ਾ ਦੇ ਵਿੱਚ ਬੋਲਦੇ। ਜੇ ਇਹ ਵਾਕਈ ਦੁਸ਼ਮਣ ਸੀ ਮੋਦੀ ਦਾ, ਤੇ ਫਿਰ ਈਡੀ ਦਾ ਕੇਸ ਖਹਿਰੇ ਤੇ ਨਹੀਂ ਬਣਨਾ ਚਾਹੀਦਾ ਸੀਗਾ। ਇਸ ਸੁਖਬੀਰ ਬਾਦਲ, ਜਿਹੜਾ ਜਿਹਨੂੰ ਲੋਕ ਗੱਪੀ ਵੀ ਕਹਿੰਦੇ ਨੇ, ਜਿਹਨੂੰ ਝੂਠਾ ਵੀ ਕਹਿੰਦੇ ਨੇ, ਜਿਹਨੂੰ ਬੇਈਮਾਨ ਵੀ ਕਹਿੰਦੇ ਨੇ, ਇਹਦੇ ਤੇ ਬਣਨਾ ਚਾਹੀਦਾ ਸੀ। ਉਮੀਦ ਹੈ ਕਿ ਤੁਹਾਨੂੰ ਮੇਰੇ ਜਿਹੜੇ ਵਿਚਾਰ ਨੇ, ਕਿਉਂਕਿ ਮੇਰੇ ਥੋੜੇ ਜਜ਼ਬਾਤਾਂ ਨੂੰ ਠੇਸ ਪਹੁੰਚੀ। ਏਦਾਂ ਤੁਸੀਂ ਉੱਠ ਕੇ ਕਿਸੇ ਨੂੰ ਚੋਰ ਕਹਿ ਦਿਓ, ਬਦਮਾਸ਼ ਕਹਿ ਦਿਓ। ਮੈਂ ਇਲੈਕਟਿਡ ਰਿਪਰੈਜ਼ੈਂਟੇਟਿਵ ਹਾਂ। ਮੈਨੂੰ ਪੰਜਾਬ, ਮੈਨੂੰ ਭੁਲੱਥ ਦੇ ਲੋਕਾਂ ਨੇ 1.5 ਲੱਖ ਵੋਟਰ ਨੇ ਚੁਣ ਕੇ ਅਸੈਂਬਲੀ 'ਚ, ਉਸੇ ਅਸੈਂਬਲੀ 'ਚ ਭੇਜਿਆ ਜਿੱਥੇ ਤੇਰਾ ਸਾਲਾ ਮੈਂਬਰ ਹੈ, ਜਾਂ ਜਿੱਥੇ ਪਹਿਲਾਂ ਤੂੰ ਆਪ ਸੀਗਾ। ਔਰ ਮੈਂ ਲੀਡਰ ਆਫ ਆਪੋਜੀਸ਼ਨ ਰਿਹਾ ਹਾਂ। ਮੈਂ ਬਤੌਰ ਲੀਡਰ ਆਫ ਆਪੋਜੀਸ਼ਨ ਤੇਰੇ ਵਰਗੇ ਸਾਰੇ ਚੋਰਾਂ ਤੇ ਗੁਨਾਹਗਾਰਾਂ ਦੇ ਖਿਲਾਫ ਵੱਡਾ ਕੈਂਪੇਨ ਚਲਾਇਆ ਸੀਗਾ, ਜਿਹਦੇ ਕਰਕੇ ਤੈਨੂੰ ਦੁੱਖ ਹੁੰਦਾ ਵਾ। ਇਸ ਲਈ ਮੇਰੇ ਅੱਜ ਵਿਚਾਰ ਇਹ ਹਨ। ਅਗਲੀ ਵਾਰ ਬੋਲੇਗਾ ਸੋਚ ਸਮਝ ਕੇ ਬੋਲਣਾ, ਜੇ ਬੋਲੇਗਾ ਤੇ ਉਹਦਾ ਜਵਾਬ ਤੈਨੂੰ ਇਹਦੇ ਨਾਲ ਵੀ ਕਰਨਾ ਮੈਂ ਅਵਸ਼ ਦਊਂਗਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ।